ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਤੁਹਾਨੂੰ ਰੀਡਿੰਗ ਕਰਵਾਉਂਗੀ। ਰੀਡਿੰਗ ਦੇ ਵਿੱਚ ਮੈਂ ਤੁਹਾਨੂੰ ਮੈਚਿੰਗ ਦਾ ਇਨਫੋਰਮੇਸ਼ਨ ਕੁਐਸਚਨਸ ਕਰਵਾਉਂਗੀ। ਉਹ ਕਿੱਦਾਂ ਤੁਸੀਂ ਡੀਲ ਕਰਨੇ ਆ, ਕਿਸ ਤਰ੍ਹਾਂ ਫਾਈਂਡ ਆਊਟ ਕਰਨੀ ਹੁੰਦੀ ਆ, ਉਹਨਾਂ ਦੀ ਲੋਕੇਸ਼ਨ ਐਂਡ ਕਿੱਦਾਂ ਤੁਸੀਂ ਆਪਣਾ ਆਨਸਰ ਕਰੈਕਟ ਕਰ ਸਕਦੇ ਹੋ। ਮੈਚਿੰਗ ਦਾ ਇਨਫੋਰਮੇਸ਼ਨ ਪਲੱਸ ਜੋ ਮੈਚਿੰਗ ਦਾ ਹੈਡਿੰਗਸ ਹੁੰਦੇ ਆ, ਦੋਨੋਂ ਡਿਫਰੈਂਟ ਵਨ ਹੁੰਦੇ ਆ। ਮੈਚਿੰਗ ਦਾ ਹੈਡਿੰਗਸ ਦੇ ਲਈ ਤੁਸੀਂ ਸਾਰਾ ਪੈਰਾਗ੍ਰਾਫ ਰੀਡ ਕਰਕੇ ਉਸਦਾ ਓਵਰਵਿਊ ਕੱਢਣਾ ਐਂਡ ਜੋ ਮੈਚਿੰਗ ਦਾ ਇਨਫੋਰਮੇਸ਼ਨ ਹੁੰਦਾ ਉਸ 'ਚ ਤੁਹਾਨੂੰ ਜੋ ਸੈਂਟੈਂਸ ਮੈਚ ਕਰਨਾ ਹੈ ਉਹ ਸੈਂਟੈਂਸ ਪੈਰਾਫਰੇਜ਼ ਕਰਕੇ ਸਿਨੋਨਿਮ ਯੂਜ਼ ਕਰਕੇ ਤੁਹਾਨੂੰ ਦਿੱਤਾ ਹੋਊਗਾ। ਕੁਝ ਸਪੈਸੀਫਿਕ ਸੈਂਟੈਂਸ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਏਗੀ। ਸੋ ਸਟਾਰਟ ਕਰਦੇ ਹਾਂ। ਮੈਂ ਪਹਿਲਾਂ ਕੁਝ ਟਿਪਸ ਦੱਸੂੰਗੀ, ਸਟ੍ਰੈਟਜੀਜ਼ ਦੱਸੂੰਗੀ। ਆਫਟਰ ਦੈਟ ਆਪਾਂ ਕੁਝ ਕੁਐਸਚਨਸ ਕਰਾਂਗੇ ਕਿ ਕਿੰਨਾ ਈਜ਼ੀਲੀ ਆਪਾਂ ਆਪਣਾ ਆਨਸਰ ਨੂੰ ਕਰੈਕਟ ਕਰ ਸਕਦੇ ਹਾਂ ਐਲੀਮੀਨੇਸ਼ਨ ਮੈਥਡ ਦੇ ਨਾਲ। So first tip ਕੀ ਹੈ, the answers will not come in the same order in the text as the order of the list of the statements. ਡੈਫੀਨੇਟਲੀ ਜੋ ਆਨਸਰ ਆ ਉਹ ਤਾਂ ਦੇਖੋ ਆਰਡਰ ਦੇ ਵਿੱਚ ਹੋਏਗਾ ਹੀ ਨਹੀਂ, ਕਿਉਂਕਿ ਸਟਾਰਟਿੰਗ ਦੇ ਵਿੱਚ ਤੁਸੀਂ ਏ ਪੈਰਾਗ੍ਰਾਫ ਜਿਹੜਾ ਏ ਪੈਰਾਗ੍ਰਾਫ ਹੈ ਉਹਨੂੰ ਰੀਡ ਕਰੋਗੇ। ਠੀਕ ਹੈ, ਏ ਪੈਰਾਗ੍ਰਾਫ ਦਾ ਇਹ ਤਾਂ ਹੈ ਨਹੀਂ ਕਿ ਫਸਟ ਆਨਸਰ ਏ ਪੈਰਾਗ੍ਰਾਫ 'ਚੋਂ ਮਿਲ ਗਿਆ, ਫਸਟ ਸਟੇਟਮੈਂਟ ਦੇ ਅੱਗੇ ਤੁਸੀਂ ਏ ਆਨਸਰ ਲਿਖਤਾ। ਇਸ ਤਰ੍ਹਾਂ ਦਾ ਹੋਏਗਾ ਹੀ ਨਹੀਂ, ਆਰਡਰ ਦੇ ਵਿੱਚ ਨਹੀਂ ਹੋਏਗਾ। ਇਹ ਪੈਰਾਗ੍ਰਾਫ ਰੀਡ ਕਰੋਗੇ, ਕੋਈ ਫੋਰਥ ਮਿਲ ਸਕਦਾ, ਫਿਫਥ ਕੁਐਸਚਨ ਦਾ ਆਨਸਰ ਮਿਲ ਸਕਦਾ। ਸੋ ਕਹਿੰਦੇ ਸਮ ਪੈਰਾਗ੍ਰਾਫਸ ਮੇ ਨਾਟ ਕੰਟੇਨ ਐਨ ਆਨਸਰ ਐਂਡ ਕੋਈ ਪੈਰਾਗ੍ਰਾਫ ਦੇ ਵਿੱਚ ਕੋਈ ਵੀ ਆਨਸਰ ਨਹੀਂ ਹੋਊਗਾ। ਐਂਡ ਕਹਿੰਦੇ ਥਰਡ ਆ ਪੈਰਾਗ੍ਰਾਫ ਕੁਡ ਕੰਟੇਨ ਮੋਰ ਦੈਨ ਵਨ ਆਨਸਰ। ਸੋ ਲਿਖਿਆ ਹੁੰਦਾ ਕਿ ਤੁਸੀਂ ਇੱਕ ਤੋਂ ਜ਼ਿਆਦਾ ਆਪਸ਼ਨ ਚੂਜ਼ ਕਰ ਸਕਦੇ ਹੋ। ਸੋ ਕਈ ਪੈਰਾਗ੍ਰਾਫ ਹੋਣਗੇ ਜੋ 2 ਦਾ ਜਾਂ 3 ਦਾ ਆਨਸਰ ਆ ਸਕਦਾ। ਦੈਨ ਫੋਰਥ ਕੀ ਹੈ, ਕਹਿੰਦੇ ਦਾ ਆਨਸਰ ਵਿਲ ਨਾਟ ਨੈਸੈਸਰਲੀ ਬੀ ਇਨ ਦਾ ਮੇਨ ਆਈਡੀਆ। ਉਹੀ ਮੈਂ ਜੋ ਦੱਸਿਆ ਸਟਾਰਟਿੰਗ ਦੇ ਵਿੱਚ, ਮੇਨ ਆਈਡੀਆ ਨਹੀਂ ਹੋਏਗਾ ਪੈਰਾਗ੍ਰਾਫ ਦਾ ਐਜ਼ ਇਨ ਮੈਚਿੰਗ ਹੈਡਿੰਗਸ। ਜਿਵੇਂ ਮੈਚਿੰਗ ਹੈਡਿੰਗਸ ਹੁੰਦਾ ਹੈ ਇਨ ਮੈਚਿੰਗ ਇਨਫੋਰਮੇਸ਼ਨ ਕੁਐਸਚਨਸ ਯੂ ਵਿਲ ਬੀ ਲੁਕਿੰਗ ਫॉर ਸਪੈਸੀਫਿਕ ਇਨਫੋਰਮੇਸ਼ਨ। ਤੁਸੀਂ ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇਖਣੀ, ਜੋ ਤੁਹਾਨੂੰ ਸੈਂਟੈਂਸ ਦਿੱਤਾ ਉਸਦਾ ਮੀਨਿੰਗ ਤੁਸੀਂ ਫਾਈਂਡ ਆਊਟ ਕਰਨਾ, ਉਸਨੂੰ ਪੈਰਾਫਰੇਜ਼ ਕਰਕੇ ਸੇਮ ਮੀਨਿੰਗ ਅਗਰ ਤੁਹਾਨੂੰ ਮਿਲ ਰਿਹਾ ਕਿਸੇ ਵੀ ਸੈਂਟੈਂਸ ਤਾਂ ਤੁਹਾਡਾ ਪੈਰਾਗ੍ਰਾਫ ਦਾ ਆਨਸਰ ਆ ਜਾਏਗਾ। Some students confuse these two types of questions, so be sure that you know which are the answering. ठीक है, so इच confuse नहीं होना। फिफ्थ है जी, do the other questions on this text first। मान लो थोड़े कोल 13 क्वेश्चन ने, एक थोनू मैचिंग इन्फॉर्मेशन आ गई, एक थोनू फिलिप्स आ गए, एक ट्रू फॉल्स आ गए। तो तुसी पहला अपने फिलिप्स और ट्रू फॉल्स कर लो, क्योंकि फिलिप्स और ट्रू फॉल्स के लिए भी तुसी पैराग्राफ रीड करोगे। ठीक है, दैन तुहानू आइडिया हो जाएगा कि इस पैराग्राफ च किहड़े सेंटेंस कित्थे की पैराफ्रेज यूज होया। एंड फिर की है जी, कहते ईच टेक्स्ट विल हैव सेवरल टाइप्स ऑफ क्वेश्चन अटैच टू इट। इफ यू डू द मैचिंग इन्फॉर्मेशन लास्ट, कहते दैन यू विल हैव अ गुड अंडरस्टैंडिंग ऑफ द पैसेज बाय द टाइम यू गेट टू इट। सो तुहानू गुड अंडरस्टैंडिंग हो जाएगी। इहदे नाल की होगा, दिस विल मेक इट ईजियर एंड क्विकर टू कंप्लीट। दैन तुहाडा क्वेश्चन कंप्लीट जल्दी हो जाएंगे टाइम दे विच। सिक्स्थ है जी, एक्सपैक्ट लॉट्स ऑफ सिनोनिम्स। लॉट्स ऑफ सिनोनिम्स तो डेफिनेटली होंगे। और मैं ये भी दस दा, अगर थोनू सिनोनिम मिलेगा तो ही थोड़ा आंसर होएगा। अदरवाइज अगर थोनू सेम वर्ड्स, वही लाइन, वही सेंटेंस और उधर भी सेम वर्ड्स मिल रहे हैं तो ਉਹਦੇ ਵਿੱਚ ਕਨਫਿਊਜ਼ ਨਾ ਹੋਇਓ, ਉਹ ਤੁਹਾਡਾ ਆਨਸਰ ਨਹੀਂ ਹੋਏਗਾ। ਆਨਸਰ ਹਮੇਸ਼ਾ ਪੈਰਾਫਰੇਜ਼ ਸਿਨੋਨਿਮਸ ਦੇ ਵਿੱਚ ਹੀ ਤੁਹਾਨੂੰ ਮੀਨਿੰਗ ਮਿਲੇਗਾ, ਉਹੀ ਆਨਸਰ ਕਰੈਕਟ ਹੋਊਗਾ। ਸੋ ਜਿੱਦਾਂ ਉਹਨਾਂ ਨੇ ਕਿਹਾ, ਕਹਿੰਦੇ ਹਾਫ ਨੂੰ 1/2 ਲਿਖਿਆ ਹੋ ਸਕਦਾ ਜਾਂ 1/2 ਨੂੰ ਹਾਫ ਲਿਖਿਆ ਹੋ ਸਕਦਾ ਹੈ। ਇਸੇ ਤਰ੍ਹਾਂ 15, ਇਸੇ ਤਰ੍ਹਾਂ 69%, ਮਤਲਬ ਕਿ ਨੰਬਰ ਔਰ ਵਰਡਸ 'ਚ ਹੋ ਸਕਦਾ। 50 ਨੂੰ ਹਾਫ ਲਿਖਿਆ ਹੋ ਸਕਦਾ। ਐਂਡ ਨੈਕਸਟ ਕਹਿੰਦੇ ਕੀ ਹੈ, ਯੂਜ਼ਲੀ ਯੂ ਵਿਲ ਫਾਈਂਡ ਦ ਮੈਚਿੰਗ ਇਨਫੋਰਮੇਸ਼ਨ ਇਨ ਅ ਫਰੇਜ਼ ਔਰ ਹੋਲ ਸੈਂਟੈਂਸ। ਮੈਂ ਉਹੀ ਦੱਸਿਆ ਵੀ ਹੋਲ ਸੈਂਟੈਂਸ 'ਚ ਮਿਲੂਗਾ, ਨॉट ਇਨ ਐਨ ਇੰਡੀਵਿਜੂਅਲ ਵਰਡ। ਇੰਡੀਵਿਜੂਅਲ ਵਰਡ ਦੇ ਵਿੱਚ ਨਹੀਂ ਮਿਲੇਗਾ। Search for the easiest information to match first. This will usually be in a statement that contains keywords that are easy to find in the text, such as names, numbers, places and dates. अगर तुहानू कुछ इदां दा हुंदा है names, place, उन्होंने अंडरलाइन कर लो, इहदे नाल easily आंसर मिल जूगा। इस तरह थोड़ा टाइम है जिहड़ा तुसीं अपना टास्क कंप्लीट कर पाओगे। ठीक है, लास्ट है जी, you can narrow down the match of statement and paragraph by a process of elimination। एलिमीनेशन इन द सेंस ਜਿਹੜੀ ਸਟੇਟਮੈਂਟ ਮੈਚ ਹੋ ਚੁੱਕੀ ਹੈ ਉਹਨੂੰ ਕੱਟ ਆਊਟ ਕਰਦੇ ਜਾਓ ਵੀ ਹਾਂਜੀ ਇਹ ਆਪਣੇ ਕੋਲ ਸਿਰਫ ਇਹੀ ਸਟੇਟਮੈਂਟਸ ਹੈਗੀਆਂ। ਫॉर एनी स्पेसिफिक स्टेटमेंट देयर विल बी पैराग्राफ्स दैट आर क्लीयरली नॉट अ मैच। ठीक है जी, सो स्ट्रैटेजी की है ਇਹਨਾਂ ਨੂੰ ਕਰਨ ਦੀ। फस्ट है केयरफुली रीड द इंस्ट्रक्शंस ਤਾਂ ਜ਼ਰੂਰ ਰੀਡ ਕਰਨੀ ਹੈ ਕਿ ਇੱਕ ਹੈਡਿੰਗ ਦਾ ਇੱਕ ਪੈਰਾਗ੍ਰਾਫ ਹੀ ਲੱਗੇਗਾ ਜਾਂ ਜ਼ਿਆਦਾ ਲੱਗ ਸਕਦਾ। रीड द स्टेटमेंट्स बिफोर यू रीड द टेक्स्ट। Take note of the main idea of each statement
and think about possible synonyms that might be used in the passage. So possible synonyms देखो भी किहड़े-किहड़े इस दी जगह ते यूज हो सकते हैं स्टेटमेंट नूं देखो। Next है जी skim read the text to get a general understanding of what it's about. सो ਇਹਦੇ ਨਾਲ ਹੈਲਪ ਹੋਊਗੀ ਤੁਸੀਂ ਈਜ਼ੀਲੀ ਆਪਣਾ ਜਿਹੜਾ ਹੈਡਿੰਗ ਹੈ ਫਾਈਂਡ ਆਊਟ ਕਰ ਪਾਓਗੇ, ਟਾਈਮ ਨਹੀਂ ਵੇਸਟ ਹੋਏਗਾ। ਇਸੇ ਤਰ੍ਹਾਂ ਨੈਕਸਟ ਹੈ ਜੀ ਰਿਟਰਨ ਟੂ ਦ ਸਟੇਟਮੈਂਟ ਸੇ ਰਿਟਰਨ ਆਓ, ਰੀਡ ਦ again and again, read them again and again and ਕਹਿੰਦੇ decide which one you think will be the easiest to match. So since the answers won't come in the same order as the order of the list of the statement, so it doesn't matter which you do first. So ਇਹ ਕੋਈ ਮੈਟਰ ਨਹੀਂ ਕਰਦਾ ਵੀ ਤੁਸੀਂ ਕਿਹੜਾ ਹੈ ਨਾ ਫਸਟ ਉਹ ਕਰਨਾ। ਸੋ ਇਸੇ ਤਰ੍ਹਾਂ ਕਹਿੰਦੇ these criterias may help determine which statements might be the easiest ones to match, ਜਿਵੇਂ ਕਿ there are names, numbers, places, dates, so easily scan ਕਰ ਸਕਦੇ ਹੋ। there are other keywords that should be easy to spot in the text, notes you made beside a paragraph of its main idea match information one of the statement, so ਇਹਦੇ ਨਾਲ help ਹੋ ਜਾਏਗੀ। so ਕਹਿੰਦੇ once you have selected your statement, scan the text for keywords. When you think you have identified the paragraph with matching information, read it in detail to check if you are right. इसी तरह है जी synonym expect करो भी किहड़े-किहड़े इस दी जगह क्वेश्चन दी जगह पैराग्राफ च मैच हो सकते हैं। कहते if you are right and can confirm the match, fill the answer sheet and cross through the statement to eliminate it from further consideration. ਉਹੀ eliminate कर दो, ਜਿਹੜੀ option ਲੱਗ ਚੁੱਕੀ ਆ ਉਹਨੂੰ deduct ਕਰ दो, sentence भी cut out कर दो। so ਕਹਿੰਦੇ repeat this process until you have matched all the statements to paragraphs. so ਇਹ ਆਪਾਂ strategy follow ਕਰਨੀ ਆ। ਹੁਣ ਆਪਾਂ ਨੇ questions ਕਰਾਂਗੇ ਕੁਛ, ਠੀਕ ਆ। ਸੋ ਤੁਹਾਡੇ ਕੋਲ ਪਹਿਲਾਂ ਦੇਖੋ 8 options ਨੇ। ਹੁਣ ਆਪਾਂ ਅਗਰ ਇਹ ਪੈਰਾਗ੍ਰਾਫ ਰੀਡ ਕਰੀਏ, ਠੀਕ ਆ, ਵੈਸੇ ਆਪਾਂ ਆਪਸ਼ਨਸ ਵੀ ਫਸਟ ਰੀਡ ਕਰ ਸਕਦੇ ਹਾਂ, ਠੀਕ ਆ। ਅਗਰ ਆਪਸ਼ਨਸ ਰੀਡ ਕਰੀਏ ਔਰ ਇਹ ਪੈਰਾਗ੍ਰਾਫ ਰੀਡ ਕਰੀਏ, ਆਪਾਂ ਪਹਿਲਾਂ ਆਪਸ਼ਨਸ ਕਰਦੇ ਹਾਂ ਰੀਡ। ਕੀ ਦਿੱਤਾ ਹੋਇਆ ਤੁਹਾਨੂੰ, ਇੰਸਟਰਕਸ਼ਨਸ ਕਿਹਾ ਸੀ ਰੀਡ ਕਰਨ ਨੂੰ, ਕੀ ਹੈ ਰਾਈਟ ਐਪਰੋਪਰੀਏਟ ਲੈਟਰਸ A to G in boxes 1 to 8 your answer sheet। ਨੋਟ ਹੈ some of the paragraphs will be used more than once, ਕਹਿੰਦੇ ਕੀ ਹੈ ਕੁਝ ਪੈਰਾਗ੍ਰਾਫ ਜ਼ਿਆਦਾ ਵਾਰ ਯੂਜ਼ ਹੋਣਗੇ, ਠੀਕ ਹੈ। फस्ट क्वेश्चन है द कंट्रास्टिंग इफेक्ट। कंट्रास्टिंग इफेक्ट्स किहड़े हुंदे आ, जो आपां कह दईए पॉजिटिव और नैगेटिव, ठीक है, ऑपोजिट इफेक्ट दिते होण। फिर उन्होंने कहा न्यू टैक्नोलॉजी कैन हैव एग्जिस्टिंग बिजनेस, न्यू टैक्नोलॉजी की गल की गई है। फिर द फैक्ट दैट अ टोटल ट्रांसफॉर्मेशन, टोटल मतलब कि टोटली चेंज, ट्रांसफॉर्मेशन हुंदा चेंज इज गोइंग टू टेक प्लेस इन द फ्यूचर, फ्यूचर की गल हो सकती है। एंड इस दी जगह विल भी लग्या हो सकता है। एंटरटेनमेंट की गल की उन्होंने, डिलीवरी ऑफ ऑल फॉर्म्स ऑफ एंटरटेनमेंट। थर्ड है द कन्फ्यूज्ड फीलिंग्स, हुण कन्फ्यूज ने, क्लीयर नहीं है, तो मिक्सड फीलिंग्स हो सकदियां ने। दैट पीपल की जगह हू वर्ड यूज हो सकता है, ईच परसन यूज हो सकता है। एंड कहते हैव टू एक्सपीरियंसड इन रिस्पोंस टू टैक्नोलॉजिकल इनोवेशन। नैक्सट है द फैक्ट दैट सम कंपनीज have learned from the mistakes of others, कुछ कहते दूसरों दी मिसटेक्स तो सीखते ने, ठीक है। the high cost of the consumer of new ways of distributing entertainment। इसी तरह है uncertainty, हाई कॉस्ट की जगह हाई प्राइस हो सकता है, ठीक है। फिर है अनसरटेनिटी रिगार्डिंग द फाइनैंशियल इंपैक्ट, फाइनैंशियल के लिए थोनों कुछ इकोनॉमी वर्ड आ सकता है, फाइनांस की गल हो सकती है। अनसरटेनिटी मतलब कि फ्यूचर की गल हो सकती है। एंड फिर उन्होंने की कहा अगे, कहते द फैक्ट दैट सम कंपनीज वर द विक्टम्स ऑफ स्ट्रिक्ट गवर्नमेंट पॉलिसी, स्ट्रिक्ट होंदा सख्त, गवर्नमेंट कोई बहुत हार्ड रूल आप कह दीए। नैक्सट है जी इनफैक्ट द डिजिटल रेवोल्यूशन कुड अंडरमाइन द ज्ञान एंटरटेनमेंट कंपनीज, ज्ञान बहुत ह्यूज कंपनीज में कहा जाता है। अगर हुण तुहानूं ज्ञान की जगह ज्ञान वर्ड मिल रहा है, बाकी इन्फॉर्मेशन नहीं मिल रही, तो उत्थों तुहाडा आंसर नहीं लग सकता, ठीक है, ये ध्यान रखना है। ਹੁਣ जे आप पैराग्राफ ए रीड करिए, कहते since moving pictures were invented a century ago, a new way of distributing entertainment to consumers has emerged about once every generation।
सो इत्थे तक तो उन्होंने पिक्चर्स की गल की, सेंचुरी अगो की डिस्ट्रीब्यूट की गल हुई। इत्थे एक वर्ड सीगा डिस्ट्रीब्यूटिंग एंटरटेनमेंट, बट मैं पहला कह चुकी हाँ अगर सेम वर्ड है तो आंसर नहीं होएगा, हमेशा सिनोनिम यूज होगा। तो इत्थे ये नहीं कि आपां नूं ये वर्ड मिल गया आपां आंसर ए लगा दी फिफ्थ का, नहीं हो सकता। कहते ईच सच इनोवेशन हैज़ चेंज द इंडस्ट्री इरिवर्सिबली, ईच हैज़ बिन accompanied by a period of fear mixed with exhilaration। सो हुण इस लाइन तो अगर इत्थे तक तुसीं रीड करदे तां तुसीं कुछ चेंजिस की गल हो गई सीगी, तां तुसीं ट्रांसफॉर्मेशन वाला चूज कर सकदे, बच्चे कर भी दिंदे आ, बट वो भी रॉन्ग होगा क्योंकि कॉमे तो बाद आंसर उन्होंने दिता। कहते द इंडस्ट्री, उस तो बाद कहा ईच हैज़ बीन accompanied by a period of fear mixed with exhilaration। ईच हैज़ कहता उन्होंने, सो इधर उन्होंने पीपल की गल करती सी, ठीक है। इत्थे उन्होंने कहता पीरियड ऑफ फेयर मिक्सड, फेयर एक इमोशन हो गया, फेयर उन्होंने कहा सीगा इत्थे की आ कि मिक्सड फीलिंग की जगह उन्होंने वर्ड यूज करता इत्थे कन्फ्यूज्ड फीलिंग्स, ठीक है। इत्थे मिक्सड यूज किया गया सी। एक्सेलरेशन वही इन्होंने वर्ड यूज करता जी, ठीक है। एक्सपीरियंसड कहते कन्फ्यूज फीलिंग्स दैट पीपल आर नोन टू हैव एक्सपीरियंसड इन रिस्पोंस टू टैक्नोलॉजिकल इनोवेशन। सो टैक्नोलॉजिकल इनोवेशन की गल ही हो रही सी स्टार्टिंग दे विच। द अराइवल ऑफ डिजिटल टैक्नोलॉजी की गल होगी विच ट्रांसलेट्स म्यूजिक पिक्चर्स एंड टैक्सट इनटू जीरोज, वन ऑफ द कंप्यूटर लैंग्वेज मार्क वन ऑफ दोज पीरियड्स। सो मेनली आह वाली लाइन तो थोड़ा जो आंसर है वो की आ जाएगा, आंसर आ जाएगा थर्ड का ए, ठीक है। सो हुण जो आप नैक्सट करांगे तो थर्ड जो कट आउट हो जाएगा। सो क्वेश्चन हुण अगर आपने हुण सारियां पढ़िया हुई ने, ठीक है, आपको याद है दिमाग दे विच भी, हाँ। हुण आपां नैक्सट बी पैराग्राफ रीड करांगे। बी पैराग्राफ च की कहा गया, हुण वही ज्ञान वर्ड आ गया, तो यदा मतलब ये वाली ऑप्शन तो नहीं आ सकती, ठीक है, ये वर्ड देख के। सो इन्होंने हुण की कहा इत्थों, कहते एक्सप्लोजन साउंड फैमिलीयर, रेवोल्यूशन की गल की, एक्सप्लोजन ऑफ चॉइस वुड गो विद इट। फिर उन्होंने कहा कहते एग्जीक्यूटिव अमेरिकन केबल ज्ञान वेलकम 500 चैनल यूनिवर्स, डिजिटल टेलीविजन वॉज अबाउट टू डिलीवर एवरीथिंग एक्सैप्ट पिज़्ज़ास टू पीपल्स लिविंग रूम। सिर्फ पिज़्ज़ा नूं छड्ड के सब कुछ कहते वो करते हैं। And when entertainment companies try to out the technology, it worked fine, but not a price that people were prepared to pay. Were की क्या भी not a price that people were prepared to pay. So price की गल मैं तुहानूं दस्सिया सी, हाई कॉस्ट की गल हुई है भी वो पे करने लिए तैयार नहीं है। फिर उन्होंने कहा भी न्यू वेज ऑफ डिस्ट्रीब्यूटिंग की क्या एंटरटेनमेंट, ठीक है। सो डिस्ट्रीब्यूटिंग एंटरटेनमेंट की जे गल करिए तो यह सारा उन्होंने एंटरटेनमेंट की ही गल की सीगी। इत्थों पिज़्ज़ास लिविंग रूम उन्होंने कहता एंटरटेनमेंट कंपनी ट्राइड आउट द टैक्नोलॉजी, ठीक है। सो अपना आंसर है जोड़ा वो की आ जाएगा, हुण इत्थों फिफ्थ का आंसर आ जाएगा। सो इस तरह ये ऑप्शन एलिमीनेट हो जाएगी। हुण अगला पैराग्राफ अगर रीड करिए, अगर तुसीं उहदे विच ध्यान नाल देखो तो उसका जिहड़ा आंसर है हुण सी ऑप्शन का आंसर आपां लगा सकते हैं। देखो क्वेश्चन नंबर सेकंड का क्यों आएगा, क्योंकि उन्होंने की कहा टोटल ट्रांसफॉर्मेशन। सो उन्होंने ट्रांसफॉर्मेशन की जगह देखो आ वाली लाइन की कहा द डिजिटल रेवोल्यूशन वॉज स्टार्टिंग टू अफेक्ट द एंटरटेनमेंट बिजनेस इन अनएक्सपैक्टेड वेज, इवेंचुअली it will change every aspect of it from the way cartoons are made to the way films are screened। सो आंसर की आ जाएगा, सेकंड आंसर आ जाएगा, क्योंकि उन्होंने फ्यूचर की गल करती, उन्होंने इत्थे विल लगा के चेंज वर्ड यूज करता, ट्रांसफॉर्मेशन की गल। इवेंचुअली इट विल चेंज एवरी की जगह इन्होंने टोटल लिखा सीगा। एंड हुण जिहड़ा यह सी आंसर है एक क्वेश्चन का होर आएगा, देखो सी किसका आ सकता है। लास्ट लाइन अगर आप पढ़ीए तो उन्होंने की कहा कहते बट नो बडी इज़ श्योर ऑफ हाउ इट विल अफेक्ट द इकनॉमिक्स ऑफ द बिजनेस, कितना इफेक्ट करूगा, मतलब कि फाइनांस नूं कितना इफेक्ट करूगा ये नहीं पता हाउ। सो एक देखिए तो ऑप्शन नंबर सिक्स का यही सी ना अनसरटेनटी, एक वर्ड हुंदा अनसरटेन, फ्यूचर इज़ अनसरटेन भी आपां नूं फ्यूचर का कुछ नहीं पता हैगा। सो अनसरटेनटी का मीनिंग भी उही है भी हाउ इट विल अफेक्ट द फाइनैंशियल इंपैक्ट। इन्होंने फाइनैंशियल लिखता सी, इधर तुहानूं इकोनॉमिक्स की गल करती सी, इकनॉमिक्स ऑफ द बिजनेस भी कितना इफेक्ट करूगा, ठीक है। सो दो ऑप्शंस होर कटिया गई, सेकंड एंड सिक्स, ठीक है। एंड अगर इस तरह हुण आपां नैक्सट पैराग्राफ देखिए डी का देखते हैं भी किसका आंसर आएगा। सो कहते डी क्वेश्चन
New technologies always contain with them both threats and opportunities. ਆਪਾਂ ਨੂੰ ਇਸ ਤੋਂ ਅੱਗੇ ਜ਼ਰੂਰਤ ਹੀ ਨਹੀਂ ਆ ਤਾਂ both threats ਇਹਨਾਂ ਨੇ ਕਾਹਦੇ ਲਈ use ਕੀਤਾ merits ਦੇ ਲਈ ਔਰ ਜੋ threats ਜੋ use ਕੀਤਾ ਗਿਆ ਉਹ use ਕੀਤਾ ਗਿਆ drawbacks ਦੇ ਲਈ ਔਰ ਜੋ opportunities use ਕੀਤੀਆਂ ਗਈਆਂ ਉਹ ਕੀਤੀਆਂ benefits ਦੇ ਲਈ ਮੈਂ ਤੁਹਾਨੂੰ ਕਿਹਾ ਸੀ ਵੀ contrast effect ਕਦੋਂ ਹੋਣਗੇ ਜਦੋਂ positive ਵੀ ਹੋਇਆ ਤੇ negative ਵੀ ਹੋਇਆ ਮਤਲਬ ਕਿ synonym ਇੱਥੇ ਵੀ match ਕਰ ਗਿਆ ਸੋ ਆਨਸਰ ਕੀ ਆ ਜਾਊਗਾ ਫਸਟ ਦਾ ਆ ਜਾਏਗਾ ਡੀ ਹੁਣ ਇਸੇ ਤਰ੍ਹਾਂ ਈ ਪੈਰਾਗ੍ਰਾਫ ਦੇਖੀਏ ਠੀਕ ਆ ਈ ਪੈਰਾਗ੍ਰਾਫ ਦਾ ਆਪਾਂ ਰੀਡ ਕਰਕੇ ਦੇਖੀਏ ਤਾਂ ਇਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਆ all the same there is a something in the old company's fears ਠੀਕ ਆ ਤੁਸੀਂ ਈ ਪੈਰਾਗ੍ਰਾਫ ਰੀਡ ਕਰਕੇ ਦੇਖੋ ਈ ਪੈਰਾਗ੍ਰਾਫ ਕਿਸੇ ਵੀ ਕੁਐਸਚਨ ਦਾ ਹੈਡਿੰਗ ਨਹੀਂ ਲੱਗਣਾ ਠੀਕ ਹੈ ਰੀਡ ਕਰਿਓ ਤੁਹਾਨੂੰ ਕਲੀਅਰ ਹੋ ਜਾਏਗਾ ਇਸੇ ਤਰ੍ਹਾਂ ਹੁਣ ਅਗਰ ਆਪਾਂ ਐਫ ਦੇਖੀਏ ਐਫ ਦੇ ਜੋ ਹੈਡਿੰਗ ਆ ਸੈਕਿੰਡ ਲਾਈਨ ਠੀਕ ਆ ਸੈਕਿੰਡ ਲਾਈਨ ਰੀਡ ਕਰੋ ਕਹਿੰਦੇ ਬਟ ਦੇ ਆਲਸੋ ਫੇਸਡ ਮੈਂ ਤੁਹਾਨੂੰ ਦੱਸਿਆ ਵੀ ਕੁਝ ਪਾਰਟਿਕੂਲਰ ਸਟੇਟਮੈਂਟਸ ਚੋਂ ਹੀ ਤੁਹਾਡੀ ਸਟੇਟਮੈਂਟ ਮੈਚ ਹੋ ਜਾਏਗੀ ਕਹਿੰਦੇ ਬਟ ਦੇ ਆਲਸੋ ਫੇਸਡ ਅ ਟਾਈਟਰ ਰੈਗੂਲੇਟਰੀ ਇਨਵਾਇਰਨਮੈਂਟ ਹੁਣ ਮੈਂ ਤੁਹਾਨੂੰ ਦੱਸਿਆ ਵੀ ਟਾਈਟਰ ਰੈਗੂਲੇਟਰੀ ਇਨਵਾਇਰਨਮੈਂਟ ਕਿਹੜਾ ਹੁੰਦਾ ਜੋ ਸਖਤ ਰੂਲ ਫੋਲੋ ਕਰਨੇ ਪੈਣ ਰੈਗੂਲੇਟਰੀ ਰੂਲਸ ਐਂਡ ਰੈਗੂਲੇਸ਼ਨਸ ਹੋ ਗਏ ਤਾਂ ਆਪਣੇ ਕੋਲ ਇੱਥੇ ਇੱਕ ਇਨਫੋਰਮੇਸ਼ਨ ਦਿੱਤੀ ਹੋਈ ਸੀਗੀ ਕਹਿੰਦੇ the fact that some companies were the victims of strict government policy ਸੋ ਆਨਸਰ ਆ ਜਾਏਗਾ 7th ਦਾ ਠੀਕ ਹੈ ਜੀ ਸੋ ਇਸੇ ਤਰ੍ਹਾਂ ਇੱਕ ਕੁਐਸਚਨ ਦਾ ਆਨਸਰ ਹੁਣ ਆਪਾਂ ਐਫ ਚ ਹੋਰ ਲੱਗ ਜਾਏਗਾ ਉਹ ਐਫ ਦੇ ਵਿੱਚ ਉਹਨਾਂ ਨੇ ਦੇਖੋ ਕੀ ਕਿਹਾ ਕਹਿੰਦੇ ਦੇਖੋ ਲਾਸਟ ਦੇ ਵਿੱਚ greater freedom combined with the sense of history ਠੀਕ ਆ ਫਿਰ ਉਹਨਾਂ ਨੇ ਲਾਸਟ ਕਿਹਾ ਕਹਿੰਦੇ they saw what happened to those ਵੀ ਦੂਜਿਆਂ ਨੂੰ ਦੇਖਦੇ ਨੇ ਵੀ ਉਹਨਾਂ ਨਾਲ ਕੀ ਹੋਇਆ of their predecessors ਆਪਣੇ competitor ਨੂੰ who were stuck with one form of distribution so ਕਹਿੰਦੇ so these days entertainment business are no longer movie studios broadcasters so ਕਹਿੰਦੇ ਕੀ ਹੈ ਇਸ ਦੇ ਨਾਲ ਉਹ ਪੁਰਾਣਿਆਂ ਨੂੰ ਦੇਖਦੇ ਨੇ ਮਤਲਬ ਕਿ ਆਪਣੇ ਕੰਪੀਟੀਟਰ ਨੂੰ ਦੇਖਦੇ ਆ ਉਹਨਾਂ ਨਾਲ ਕੀ ਹੋਇਆ ਉਹਨਾਂ ਨੂੰ ਲਾਸ ਹੋਇਆ ਜਾਂ ਪ੍ਰੋਫਿਟ ਹੋਇਆ ਠੀਕ ਆ ਆਹ ਵਾਲੀ ਲਾਈਨ ਇੱਥੇ ਸ਼ੇਅਰ ਹੋ ਰਹੀ ਹੈ ਸੋ ਅਗਰ ਇੱਕ ਆਪਾਂ ਹੁਣ ਇਹਦੇ ਵਿੱਚ ਇਨਫੋਰਮੇਸ਼ਨ ਮੈਚ ਕਰਕੇ ਦੇਖੀਏ ਤਾਂ ਕਿਹੜੀ ਇਨਫੋਰਮੇਸ਼ਨ ਲੱਗੇਗੀ ਕਹਿੰਦੇ the fact some companies have learned from the mistakes of others ਵੀ ਉਹ ਕਿੱਦਾਂ ਸਟਕ ਹੋਏ ਕਿਹੜੀ ਚੀਜ਼ ਤੇ ਸਟਕ ਹੋਏ ਉਹ ਦੋਜ਼ ਲਗਾਤਾ ਉਹਨਾਂ ਨੇ ਵਰਡ ਵੀ ਉਹਨਾਂ ਨੂੰ ਦੇਖਦੇ ਨੇ ਸੋ ਉਹ others ਇੱਥੇ ਵਰਡ ਯੂਜ਼ ਕੀਤਾ ਗਿਆ ਠੀਕ ਹੈ ਸੋ ਹੁਣ ਆਟੋਮੈਟਿਕਲੀ ਜਿਹੜੀ ਇੱਥੋਂ ਹੈ 4 ਤੇ 7 ਆਪਸ਼ਨ ਕੱਟ ਹੋ ਗਈ ਰਹਿ ਗਈ 8th ਆਪਸ਼ਨ ਤਾਂ ਡੈਫੀਨੇਟਲੀ 8th ਆਪਸ਼ਨ ਹੈ ਜੋ ਉਹ ਜੀ ਪੈਰਾਗ੍ਰਾਫ ਦੀ ਆਏਗੀ ਅਗਰ ਆਪਾਂ ਦੇਖੀਏ ਰੀਡ ਕਰਕੇ ਗਿਆਨਟ ਦੀ ਜਗ੍ਹਾ ਉਹਨਾਂ ਨੇ ਤੁਹਾਨੂੰ ਦੇਖਦੇ ਹਾਂ ਜੀ ਕੀ ਵਰਡ ਦਿੱਤਾ ਉਹਨਾਂ ਨੇ ਕਿਹਾ the fact that digital revolution could undermine the ਗਿਆਨਟ entertainment companies ਸੋ ਹੁਣ ਉਹਨਾਂ ਨੇ ਕਿਹਾ ਇੱਥੇ ਕੰਪਨੀ ਮਰਜ ਦੀ ਗੱਲ ਕੀਤੀ ਹੈ ਠੀਕ ਹੈ ਸੋ ਉਸ ਤੋਂ ਬਾਅਦ ਉਹਨਾਂ ਨੇ ਦੇਖੋ ਉਹਨਾਂ ਨੇ ਗ੍ਰੇਟ ਕੰਪਨੀਜ਼ ਕਹਿਦਾ ਕਹਿੰਦੇ it remains to be seen whether the latest technology ਹੋ ਕਿ digital ਉਹਨਾਂ ਨੇ ਉਹ ਕਰਤਾ will weaken those great companies or make them stronger than ever ਠੀਕ ਹੈ ਕਹਿੰਦੇ undermine the ਗਿਆਨ entertainment companies ਸੋ ਇੱਥੋਂ ਹੀ ਤੁਹਾਡਾ great companies word use ਕੀਤਾ ਗਿਆ ਠੀਕ ਹੈ ਫਰੈਂਡਸ ਸੋ ਇਹੀ ਦੋ ਚੀਜ਼ਾਂ ਯਾਦ ਰੱਖਣੀਆਂ ਨੇ ਕਦੇ ਵੀ ਤੁਹਾਨੂੰ ਪੈਰਾਫਰੇਜ਼ਿੰਗ ਹੋਏਗੀ ਤਾਂ ਹੀ ਅਗਰ ਤੁਹਾਨੂੰ ਸੇਮ ਵਰਡ ਮਿਲ ਰਿਹਾ ਤਾਂ ਕਦੇ ਵੀ ਤੁਹਾਡਾ ਆਨਸਰ ਸੇਮ ਨਹੀਂ ਲੱਗੇਗਾ ਹਮੇਸ਼ਾ ਆਨਸਰ ਪੈਰਾਫਰੇਜ਼ਿੰਗ 'ਚ ਮਿਲੇਗਾ ਸੋ ਦੋ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖਣੀਆਂ ਅਗਰ ਮੈਚਿੰਗ ਦਾ ਇਨਫੋਰਮੇਸ਼ਨ ਹੈ ਤਾਂ ਕੁਝ ਪਾਰਟਿਕੂਲਰ ਲਾਈਨਸ 'ਚੋਂ ਆਨਸਰ ਮਿਲੇਗਾ ਬਟ ਜਦੋਂ ਹੈਡਿੰਗ ਚੂਜ਼ ਕਰਨਾ ਤਾਂ ਤੁਸੀਂ ਸਾਰਾ ਪੈਰਾਗ੍ਰਾਫ ਰੀਡ ਕਰਕੇ ਫਿਰ ਉਸਦਾ ਓਵਰਵਿਊ ਲਾਉਣਾ ਇਹ ਨਹੀਂ ਕਿ ਫਸਟ ਲਾਈਨ ਰੀਡ ਕਰ ਲਓ ਲਾਸਟ ਲਾਈਨ ਰੀਡ ਕਰ ਲਓ ਓਕੇ ਫਰੈਂਡਸ ਇਹ ਸੀ ਆਪਣੀ ਅੱਜ ਦੀ ਕਲਾਸ ਮੈਨੂੰ ਆਸ ਹੈ ਕਿ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਹੋਵੇਗੀ ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਟੇਕ ਕੇਅਰ